ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆ ਜਾਓ ਜੀ, ਆਇਆਂ ਨੂੰ ਬਹਿ ਜਾਓ। ਠੀਕ ਹੈ, ਅਸੀਂ ਬਿਲਕੁਲ ਠੀਕ ਹਾਂ। ਤੈਨੂੰ ਸੋਚ ਆਉਂਦੀ ਹੁੰਦੀ ਭਲਾ ਕਿ ਜ਼ਿੰਦਗੀ ਕਿਤੇ ਹੋਰ ਹੈ ਤੇ ਆਦਮੀ ਕਿਤੇ ਹੋਰ ਦੌੜਿਆ ਫਿਰਦਾ ਹੈ। ਮਹਾਰਾਜ ਜੀ ਆਪਾਂ ਨੂੰ ਜ਼ਿੰਦਗੀ ਬਾਰੇ ਦੱਸਦੇ ਹਨ, ਜ਼ਿੰਦਗੀ ਜੀਣ ਦਾ ਢੰਗ ਦੱਸਦੇ ਹਨ ਤੇ ਆਦਮੀ ਉਹਦੇ ਤੋਂ ਬਿਲਕੁਲ ਹੀ ਨਾਵਾਕਿਫ ਹੋਰ ਖੇਡਾਂ ਵਿੱਚ ਰੁੱਝਿਆ ਹੋਇਆ ਹੈ। Do the thoughts come to you that the life is somewhere else and man is running around somewhere else? Maharaj Ji tells us about life, about our lives, and the way to live human life. ਹੁਣ ਆਪਾਂ ਨੂੰ ਦੱਸਦੇ ਕਿ ਸਰੀਰ ਦਾ ਬਹੁਤਾ ਹਿੱਸਾ ਪਾਣੀ ਹੈ। ਇਹ ਪਾਣੀ ਦੇ ਸਹਾਰੇ ਕਾਇਮ ਰਹਿੰਦਾ ਹੈ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੁ। ਤੇ ਫਿਰ ਦੱਸਿਆ ਕਿ ਸਰੀਰ ਜਦੋਂ ਕਾਇਮ ਤੇ ਪਾਣੀ ਨਾ ਰਹਿੰਦਾ, ਪਰ ਇਹਨੂੰ ਜੀਂਦਾ ਹਵਾ ਰੱਖਦੀ ਹੈ, ਸਵਾਸ ਇਹਨੂੰ ਜੀਂਦੇ ਰੱਖਦੇ ਹੈ। ਕਾਇਮ ਪਾਣੀ ਨਾ ਰਹਿੰਦਾ, ਪਰ ਕੱਲਾ ਪਾਣੀ, ਪਰ ਪਾਣੀ ਇਹਨੂੰ ਜਿਉਂਦੇ ਨਹੀਂ ਰੱਖ ਸਕਦਾ। ਜਿਉਂਦਾ ਇਹ ਹੁੰਦਾ ਹੈ ਸਵਾਸਾਂ ਦੇ ਨਾਲ, ਹਵਾ ਦੇ ਨਾਲ। ਤੇ ਹੁਣ ਦੱਸਦੇ ਕਿ ਜ਼ਿੰਦਗੀ ਆਪਾਂ ਜਿਉਂਦੇ ਹਾਂ ਉਹ ਧਰਤੀ ਤੇ ਜਿਉਂਦੇ ਹਾਂ, ਤੇ ਧਰਤੀ ਹੀ ਆਪਾਂ ਨੂੰ ਜ਼ਿੰਦਗੀ ਜਿਉਣ ਵਾਸਤੇ ਸਭ ਕੁਛ ਦਿੰਦੀ ਹੈ। First Maharaj Ji told us that Pawn Guru Pani Pita Mata Tart Mahat. The earth is our mother, great mother, Tart Mahat. And we live in the lap of our mother. That's where the
only place human life can be lived, in the lap of our great mother, that is the earth. ਪਰ ਜਿਉਂਦੇ ਧਰਤੀ ਤੇ ਹਾਂ, ਉਹ ਧਰਤੀ ਹੀ ਆਪਾਂ ਨੂੰ ਜ਼ਿੰਦਗੀਆਂ ਵਾਸਤੇ ਸਭ ਕੁਛ ਦਿੰਦੀ ਹੈ। ਧਰਤੀ ਪੈਰਾਂ ਨੂੰ ਪਹਿਨਣ ਨੂੰ ਜੁੱਤੀ ਧਰਤੀ ਤੋਂ ਆਉਂਦੀ ਹੈ, ਕੱਪੜੇ ਧਰਤੀ ਤੋਂ ਆਉਂਦੇ ਹਨ। ਆਪਾਂ ਜਿਨ੍ਹਾਂ ਘਰਾਂ ਵਿੱਚ ਰਹਿੰਦੇ ਹਾਂ, ਇਹ ਧਰਤੀ ਵਿੱਚੋਂ ਨਿਕਲੀਆਂ ਚੀਜ਼ਾਂ ਨਾਲ ਬਣੇ ਹੋਏ ਹਨ। ਧਰਤੀ ਸਾਰੇ ਜੀਆਂ ਦਾ ਘਰ ਹੈ। ਤੇ ਧਰਤੀ ਹੀ ਆਪਾਂ ਨੂੰ ਛਕਣ ਨੂੰ ਅਣਗਿਣਤ ਕਿਸਮ ਦੇ ਫਲ, ਸਬਜ਼ੀਆਂ, ਮੇਵੇ, ਦਾਣੇ, ਦਾਲਾਂ ਆਦਿ ਦਿੰਦੀ ਹੈ। It is the earth from where our shoes come from, the material for the shoes. It is the earth from where the clothes come from. It's the earth and the material inside the earth by which we make our houses to live. It's the earth who provides us with numerous types of fruits, vegetables, nuts, grains, lentils, etc. ਧਰਤੀ ਹੀ ਹੈ ਜਿਹੜੀ ਆਪਾਂ ਨੂੰ ਦੁੱਧ ਦਿੰਦੀ ਹੈ, ਤੇ ਦੁੱਧ ਤੋਂ ਬਣੇ ਪਦਾਰਥ। ਗਾਈਆਂ ਦੁੱਧ ਦਿੰਦੀਆਂ ਹਨ, ਤੇ ਗਾਈਆਂ ਵੀ ਧਰਤੀ ਤੇ ਰਹਿੰਦੀਆਂ ਹਨ, ਤੇ ਧਰਤੀ ਤੇ ਉੱਗਿਆ ਹੋਇਆ ਘਾਹ ਹੀ ਉਹਨਾਂ ਦੀ ਖੁਰਾਕ ਹੁੰਦੀ, ਤੇ ਉਸ ਘਾਹ ਤੋਂ ਹੀ ਪਰਮਾਤਮਾ ਦੁੱਧ ਬਣਾਉਂਦਾ ਹੈ ਗਾਈਆਂ ਦੇ ਅੰਦਰ। It's the earth who blesses us with milk and milk products. Dahi, paneer, आदि, yogurt, cheese, etc. Cows give us the milk, and the fodder for the cows comes from the earth. The hay. And then the divine converts the hay, transforms the hay into milk in the tummies of the cows. ਜਦੋਂ ਹਿੰਦੂ ਸੱਜਣਾਂ ਨੇ ਇਹ ਦੇਖਿਆ ਕਿ ਗਾਂ ਦੁੱਧ ਦਿੰਦੀ ਹੈ, ਤੇ ਉਹਨਾਂ ਨੂੰ ਯਾਦ ਆਇਆ ਕਿ ਦੁੱਧ ਤਾਂ ਆਪਣੇ ਬੱਚਿਆਂ ਨੂੰ ਮਾਂ ਪਿਆਉਂਦੀ ਹੈ, ਤੇ ਉਹਨਾਂ ਨੇ ਗਊ ਨੂੰ ਬਹੁਤ ਸਤਿਕਾਰਾਂ ਨਾਲ ਗਊ ਮਾਤਾ ਆਖਿਆ। The cow provides us with milk, and
Hindus, when they recognize that and said that milk, a mother gives milk to her children. So cow is our mother. And with utmost respect, they started calling cow their mother. ਤੇ ਫਿਰ ਧਰਤੀ ਦੇ ਉੱਤੇ ਵਹਿੰਦੀਆਂ ਕਵਿਤਾਵਾਂ ਵਰਗੀਆਂ ਨਦੀਆਂ ਧਰਤੀ ਤੇ ਅਹਿਲ ਅਡੋਲ ਖਲੋਤੇ ਕਵਿਤਾਵਾਂ ਵਰਗੇ ਪਹਾੜ ਕਵਿਤਾਵਾਂ ਵਰਗੇ ਬਾਗ ਕਵਿਤਾਵਾਂ ਵਰਗੇ ਫੁੱਲਾਂ ਨਾਲ ਭਰੇ ਬਗੀਚੇ ਕਵਿਤਾਵਾਂ ਵਰਗੀਆਂ ਉਹਨਾਂ ਬਗੀਚਿਆਂ ਚੋਂ ਉੱਡਦੀਆਂ ਮਹਿਕਾਂ ਤੇ ਸਾਰੀ ਧਰਤੀ ਤੇ ਹਰਿਆਵਲ ਵਿਛੀ ਹੋਈ ਵੀ ਕਿਸੇ ਵੀ ਕੋਈ ਡਾਢੀ ਪਿਆਰੀ ਕਵਿਤਾ ਲੱਗਦੀ ਕਵਿਤਾਵਾਂ ਵਰਗੀਆਂ ਧੁੱਪਾਂ ਕਵਿਤਾਵਾਂ ਵਰਗੀਆਂ ਰਾਤ ਦੀਆਂ ਚਾਨਣੀਆਂ ਕਵਿਤਾਵਾਂ ਵਰਗੇ ਜੰਗਲ ਕਵਿਤਾਵਾਂ ਵਰਗੇ ਰੇਤ ਥਲ ਕਵਿਤਾ ਹੀ ਕਵਿਤਾ ਲੱਗਦੀ ਹੈ ਧਰਤੀ And then the rivers flowing on the chest of earth, they seem like so beautiful poems, so heavy, unmoving mountains sitting on the chest of the earth. They're like poems. Sab phalan and all orchards, they seem like poems. All gardens full of flowers, they seem like so beautiful, tender poems. And then the fragrance flying around from those flowers, how tender those poems are. And all the greenery covering the earth seems like a huge poem of love. Green stands for love. And then there is sunshine like poems. The moonlight like poems. Forests are like poems. Deserts are like poems. We hardly recognize the beauty, the greatness of earth. Maharaj Ji ਕਹਿੰਦੇ
इकस न पुजै बोल, जे पूरे पूरा कर मिले। वो कहंदे जे उस पूरे परमात्मा ने जो बनाया होया उदी रचना दी जे गल करनी होवे ते एक भी गल नहीं कीती जा सकती। वड्डा आखण पारा तोल, कि उदी रचना दी धरती भी उदी रचना है ना, कि उदी रचना दी गल करन लई बहुत वड्डी गल ते बहुत भारी तोल वाली गल हो नहीं सकती। कितनी प्यारी गल, इसनूं समझना जी। वो कहंदे कि परमात्मा दी हर बनाई हुई चीज उस पूरे ने बनाई हुई वो पूरी है। इकस न पुजे बोल, जे पूरे पूरा कर मिले। उहदे बारे एक भी गल नहीं की जा सकती। वड्डा आखन पारा तोल, उहदे बारे गल करनी बहुत वड्डी गल करनी है, बहुत भारी गल करनी है, ते उन्नी वड्डी उन्नी भारी गल हो नहीं सकती। होर हौली मती हौले बोल, ते कहंदे जो दुनिया गल्लां करदी रहिंदी वो ते हौली मत दियां गल्लां हन, हौले बोल। हाउ ब्यूटीफुल, कि जो दुनिया गल्लां करदी रहिंदी जिन्हां नूं जिंदगी दा पता नहीं, उन्हां दियां गल्लां हौलियां हुंदियां हन, उन्हां दे बोल हौले हुंदे। Maharaj Ji says that his creation is perfect because it has been created by the perfect one, the divine. And so therefore to talk about his creation requires most heavyweight talk, and nobody can talk that, nobody can describe that. Vadda akhan para tol. To talk about anything about his creation requires utterances of extreme heaviness, precious, and there are no words which can describe that. And the world, what the world is talking about, their talk is very lightweight. He says what the world keeps talking about, their talks are very lightweight because they are living far away from their life. ते फिर कहंदे धरती पानी पर्वत पार, कहंदे धरती पानी ते पर्वत
इन्हां दा भार तोलिया जा सकता है? मतलब कि ये इन्ने कीमती हैं। भार दा मतलब सिर्फ फिजिकल भार ही नहीं, इन्हां दी वड्याई। कहंदे धरती दी, पानी दी, पर्वतां दी वड्याई कर नहीं सकते। He says that the beauty, the greatness, the grandeur, the mysterious creation, the earth and water, mountains, cannot be talked about. Their preciousness cannot be talked about. They cannot be weighed. ਤੇ ਕਹਿੰਦੇ ਕਿ ਉਹਨਾਂ ਨੂੰ ਤੋਲਣਾ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੁਨਿਆਰਾ ਆਪਣੀ ਛੋਟੀ ਜਿਹੀ ਤੱਕੜੀ ਵਿੱਚ ਤੋਲਦਾ ਹੈ। ਕਿਉਂ ਕੰਡੇ ਤੋਲੇ ਸੁਨਿਆਰ। ਕਹਿੰਦੇ ਉਹਨਾਂ ਬਾਰੇ ਗੱਲ ਕਰਨੀ ਇਸ ਤਰ੍ਹਾਂ ਹੈ, ਉਹਨਾਂ ਦਾ ਭਾਰ ਤੋਲਣਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਸੁਨਿਆਰਾ ਆਪਣੀ ਛੋਟੀ ਜਿਹੀ ਤੱਕੜੀ ਵਿੱਚ ਕੁਛ ਤੋਲਦਾ ਹੈ। ਤੋਲਾ ਮਾਸਾ ਰਤਕ ਪਾਏ। ਤੇ ਕਹਿੰਦੇ ਸੁਨਿਆਰੇ ਦੀ ਤੱਕੜੀ ਛੋਟੀ ਜਿਹੀ ਹੁੰਦੀ ਤੇ ਉਹਦੇ ਜਿਹੜੇ ਵੱਟੇ ਹੁੰਦੇ, ਤੋਲੇ ਮਾਸੇ ਦੇ ਛੋਟੇ ਛੋਟੇ ਵੱਟੇ ਹੁੰਦੇ, ਤੇ ਉਹ ਕਿਸ ਤਰ੍ਹਾਂ ਇੰਨੀਆਂ ਭਾਰੀਆਂ ਚੀਜ਼ਾਂ ਤੋਲ ਸਕਦਾ। ਕਹਿਣ ਦਾ ਮਤਲਬ ਕਹਿੰਦੇ ਕਿ ਦੁਨਿਆਵੀ ਸੁਰਤੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਬਾਰੇ ਇਸ ਤਰ੍ਹਾਂ ਹੀ ਗੱਲ ਕਰ ਸਕਦੀ ਹੈ ਜਿਸ ਤਰ੍ਹਾਂ ਸੁਨਿਆਰਾ ਆਪਣੀ ਤੱਕੜੀ ਵਿੱਚ ਸਾਰਾ ਦੁਨੀਆ ਦਾ ਸਾਰਾ ਪਾਣੀ ਆਪਣੀ ਛੋਟੀ ਜਿਹੀ ਤੱਕੜੀ ਵਿੱਚ ਪਾਉਣ ਦੀ ਕੋਸ਼ਿਸ਼, ਤੋਲਣ ਦੀ ਕੋਸ਼ਿਸ਼ ਕਰੇ। ਧਰਤੀ ਨੂੰ ਆਪਣੀ ਛੋਟੀ ਜਿਹੀ ਤੱਕੜੀ ਵਿੱਚ ਤੋਲਣ ਦੀ ਕੋਸ਼ਿਸ਼ ਕਰੇ, ਪਰਬਤ ਨੂੰ ਆਪਣੀ ਤੱਕੜੀ ਜਿਹੀ ਛੋਟੀ ਜਿਹੀ ਤੱਕੜੀ। ਕਹਿੰਦੇ ਦੁਨਿਆਵੀ ਸੁਰਤੀ ਇਹਨਾਂ ਚੀਜ਼ਾਂ ਬਾਰੇ ਬੋਲ ਹੀ ਨਹੀਂ ਸਕਦੀ। ਦੁਨਿਆਵੀ ਸੁਰਤੀ ਨੂੰ ਇਹਨਾਂ ਚੀਜ਼ਾਂ ਦੀ ਅਹਿਮੀਅਤ, ਇਹਨਾਂ ਦੀ ਅਜ਼ਮਤ, ਇਹਨਾਂ ਦੀ ਗ੍ਰੇਟਨੈਸ ਬਾਰੇ ਕਦੀ ਕੁਛ ਪਤਾ ਨਹੀਂ ਲੱਗ ਸਕਦਾ। He says, to talk about the greatness of earth, water, mountains, to weigh their mysterious beauty is like a goldsmith weighing earth, all the waters, all the mountains in his little scale with his tiny weights. With the tiny weights means that the worldly consciousness, even if they start to talk about his creation, about earth, water, mountains, their talk would be so small, so shallow. ਸਮਝਣਾ ਜੀ। ਕਹਿੰਦੇ ਚੀਜ਼ਾਂ ਇੰਨੀਆਂ ਵੱਡੀਆਂ ਹਨ ਕਿ ਇਹਨਾਂ ਬਾਰੇ ਗੱਲ ਹੀ ਨਹੀਂ ਹੋ ਸਕਦੀ। ਧਰਤੀ ਤੇ ਆਪਾਂ ਰਹਿੰਦੇ ਹਾਂ, ਧਰਤੀ ਤੇ ਆਪਣਾ ਘਰ ਹੈ, ਧਰਤੀ ਸਭ ਕੁਛ ਖਾਣ ਨੂੰ ਦਿੰਦੀ, ਪਹਿਨਣ ਨੂੰ ਦਿੰਦੀ,
ਖਾਣ ਵਾਸਤੇ ਜੋ ਪਕਾਉਣਾ ਹੁੰਦਾ ਉਹਦੇ ਲਈ ਅੱਗ ਦਿੰਦੀ, ਸਭ ਕੁਛ ਦਿੰਦੀ। ਇਹ ਚੀਜ਼ਾਂ ਆਪਾਂ ਨੂੰ ਮਹਾਰਾਜ ਜੀ ਆਪਣੀ ਜ਼ਿੰਦਗੀ ਬਾਰੇ ਦੱਸਦੇ। ਉਹ ਦੱਸਦੇ ਕਿ ਜ਼ਿੰਦਗੀ ਵਿੱਚ ਆਦਰ ਕਿੰਨਾ ਚੀਜ਼ਾਂ ਦਾ ਕਰਨਾ ਹੈ, ਜਿਨ੍ਹਾਂ ਨੂੰ ਆਪਾਂ ਪਛਾਣਦੇ ਹੀ ਨਹੀਂ ਹਨ, ਜਿਨ੍ਹਾਂ ਬਾਰੇ ਆਪਾਂ ਕਦੀ ਸੋਚਦੇ ਹੀ ਨਹੀਂ, ਧਰਤੀ ਬਾਰੇ। ਤੇ ਉਹ ਕਹਿੰਦੇ ਕਿ ਜੇ ਤੂੰ ਵੇਖਣ ਲੱਗੇ ਤੇ ਤੂੰ ਸੁੰਨ ਹੋ ਜਾਏਗਾ ਕਿ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਤੇ ਫਿਰ ਕਹਿੰਦੇ ਕਿ ਜੇ ਇੰਨਾ ਕੁਛ ਹੈ ਇਹ ਗੱਲਾਂ ਕਰਨ ਨੂੰ, ਜ਼ਿੰਦਗੀ ਦੀਆਂ ਗੱਲਾਂ ਕਰਨ ਨੂੰ, ਕਿ ਜਿਸ ਤਰ੍ਹਾਂ ਧਰਤੀ ਦੀ ਗੱਲ ਹੋਈ, ਥੋੜੀ ਜਿਹੀ ਗੱਲ ਅੱਜ ਹੋਈ, ਥੋੜੀ ਜਿਹੀ ਕੱਲ ਨੂੰ ਕਰਾਂਗੇ, ਪਰ ਇਹ ਗੱਲ ਹੋ ਨਹੀਂ ਸਕਦੀ। ਆਪਣੀ ਜ਼ਿੰਦਗੀ ਬਾਰੇ ਗੱਲ ਹੋ ਨਹੀਂ ਸਕਦੀ। ਤੇ ਅਸਲ ਵਿੱਚ ਤੇ ਗੱਲ ਜ਼ਿੰਦਗੀ ਦੀ ਸੀ ਨਾ। Something very small we have talked about. Small talk, lightweight talk about the earth. He says earth is a great mother, Mata Tart Mahat. We will talk about it tomorrow, some more lightweight. And this is what life, what is life, how to live them. He is telling us that we should remain so respectful towards the earth on which we talk, on which we walk, which is nothing for us. While it's such a poem of love, poem of ishq, because the earth creates everything to eat, to sustain our body, comes from the earth. And earth, Mother Earth, and Mother Earth feeds her children out of her ishq for her children, out of her ishq for her children. She is a poem of some divine ishq. Earth is a poem of divine ishq. है कोई कविता इश्क़े दी, महान अमड़ी तरत लोको, my great mother, earth, is like so grand poem of ishq. ਆਪਾਂ ਨੂੰ ਵਤੀਰਾ ਸਿਖਾਉਂਦੇ ਹਨ ਮਹਾਰਾਜ ਜੀ। ਮਹਾਰਾਜ ਜੀ tells us how to live life, how to recognize the things, all the things around us.
how to recognize their value in our lives, how to recognize that and how to remain so grateful towards everything around us. है कोई कविता इश्क़े दी महान अमड़ी तरत लोको, है कोई कविता इश्क़े दी महान अमड़ी तरत लोको। महान पौन गुरु पानी पिता माता तरत महत, महत महान, ग्रेट अर्थ। तो देखिए हुण आपां नूं जिंदगी बारे होर ज्यादा ख्याल आया करनगे ते आपां हैरानियां दी किसी गली विच वड़न लगांगे। Now we would become more and more mesmerized by our lives, and it would feel that we are entering into some most mysterious street called life. Okay. अपना ध्यान रखिए, रब रखा, रब रखा।